बहुत बहुत स्वागत है तुहाडा राणा गुरजीत जी। तुहाडे तो जानांगे जिस तरह का तुसी ये मुद्दा चुक्या सीगा कि एलपीयू दे विच एक बहुत कोताही वरती जा रही है और यह जिहा माहौल जिथे कोरोना वायरस इस तरह फैल रहा है, हुण हायर एजुकेशन जिहड़ा विभाग है उसने नोटिस जारी कर दिता है। की कुछ तुहाडा कहना है इस बारे? देखो जी, गल है कि मैं लोकां दा चुनिया नुमाइंदा जी, जे कोई चीज गलत हुंदी आ ਉਹਨੂੰ ਉਹਦੀ ਲੋਕਾਂ ਦੀ ਆਵਾਜ਼ ਲੋਕਾਂ ਦੇ ਹਿੱਤ ਦੇ ਵਿੱਚ ਬੋਲਣਾ ਮੇਰਾ ਫਰਜ਼ ਹੈ ਜੀ ਤੇ ਮੈਂ ਆਪਣਾ ਫਰਜ਼ ਨਿਭਾਇਆ ਜੀ। ਹੁਣ ਸਰਕਾਰ ਨੇ 3-4 ਦਿਨ ਲਾਏ, ਪੂਰਾ ਸਟੱਡੀ ਕੀਤਾ ਕਿ ਇਹਦੇ 'ਚ ਸੱਚਾਈ ਹੈ ਤਾਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਜੀ। ਸਰਕਾਰ ਮੈਂ ਆਪਣਾ ਕੰਮ ਕਰ ਦਿੱਤਾ, ਸਰਕਾਰ ਨੇ ਉਹਨਾਂ ਨੂੰ ਕੁਝ ਹਫ਼ਤੇ ਦਾ ਟਾਈਮ ਦਿੱਤਾ ਕਿ ਜਿੰਨੀਆਂ ਉਲੰਘਣਾਵਾਂ ਤੁਸੀਂ ਕੀਤੀਆਂ ਉਹਨਾਂ ਬਾਰੇ ਦੱਸੋ। ਔਰ ਮੇਰੇ ਖਿਆਲ ਨਾਲ ਸਰਕਾਰ ਸਾਡੇ ਸਰਕਾਰੀ ਅਦਾਰੇ ਨੇ, ਚਾਹੇ ਹਾਇਰ ਐਜੂਕੇਸ਼ਨ ਦੀ ਗੱਲ ਕਰ ਲਈਏ ਚਾਹੇ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਲਈਏ, ਇਹਨਾਂ ਨੇ ਇਹਨਾਂ ਨੂੰ ਕਿਹਾ ਤੇ ਜ਼ਰੂਰ ਹੋਏਗਾ ਕਿ ਹੋਸਟਲ ਖਾਲੀ ਕਰੋ। ਜੇ ਨਹੀਂ ਹੋਏ ਜਾਂ ਜਾਂਚ 'ਚ ਇਹ ਕੀ ਕਹਿੰਦੇ ਆ ਇਹ ਤੁਹਾਨੂੰ ਸਮਝ ਦੱਸੂਗਾ ਜੀ। ਤੇ ਤੁਹਾਨੂੰ ਕੀ ਲੱਗਦਾ ਹੈ ਗੁਰਜੀਤ ਜੀ ਕਿ ਮਤਲਬ ਅੱਗੇ ਹੁਣ ਕੀ ਐਕਸ਼ਨ ਹੋਣਾ ਚਾਹੀਦਾ, ਕਿਉਂਕਿ ਫੌਰੀ ਐਕਸ਼ਨ ਇਸ ਖਬਰ ਤੇ ਜ਼ਰੂਰ ਬਣਦਾ ਹੈ, ਬੱਚਿਆਂ ਦੀ ਔਰ ਕਿੰਨੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੋ ਰਿਹਾ ਹੈ, ਤੇ ਹੁਣ ਕੀ ਕੁਝ ਐਕਸ਼ਨ ਸਰਕਾਰ ਨੂੰ ਤੁਰੰਤ ਲੈਣਾ ਚਾਹੀਦਾ ਹੈ? ਤੁਹਾਡੇ ਅਕੋਰਡਿੰਗ ਕੀ ਹੈ? ਦੇਖੋ ਇੱਕ ਬਹੁਤ ਜ਼ਿੰਮੇਵਾਰ ਲੋਕ ਮੰਨੇ ਜਾਂਦੇ ਆ ਜੀ। ਮੇਰੇ ਖਿਆਲ ਨਾਲ ਜਿਸ ਬੰਦੇ ਦੇ ਕੋਲ 40,000 ਸਟੂਡੈਂਟ ਹੋਣ ਜੀ, 600 ਕਿੱਲੇ ਚ ਯੂਨੀਵਰਸਿਟੀ ਹੋਵੇ ਤੇ ਉਹਨੂੰ ਯੂਨੀਵਰਸਿਟੀ ਵਾਲੇ ਜੇ ਏਦਾਂ ਉਲੰਘਣਾ ਕਰਨਗੇ, ਕਾਨੂੰਨ ਦੀਆਂ ਧੱਜੀਆਂ ਉਡਾਉਣਗੇ ਜੀ, ਇੱਕ ਆਮ ਨਾਗਰਿਕ ਦਾ ਕੀ ਕਰਾਂਗੇ ਆਪਾਂ? ਮੇਰੀ ਨਜ਼ਰ ਦੇ ਵਿੱਚ ਜ਼ੀਰੇ 'ਚ ਇੱਕ ਸਕੂਲ ਬੰਦ ਕੀਤਾ ਗਿਆ ਜੀ। ਉਹ ਕੀ ਕਰ ਰਿਹਾ ਸੀਗਾ? ਉਹ ਸ਼ਾਇਦ ਓਵਰ ਚਾਰਜ ਕਰ ਰਿਹਾ ਸੀ ਕਿਸੇ ਨੂੰ ਜੀ। ਉਹਦਾ CBSE ਦੀ ਮਾਨਤਾ ਰੱਦ ਕਰ ਦਿੱਤੀ ਗਈ ਜੀ। ਇੱਕ ਛੋਟੇ ਜਿਹੇ ਸਕੂਲ ਦੇ ਜੋ 200-400 ਬੱਚਾ ਪੜ੍ਹਦਾ ਹੋਏਗਾ। ਮੈਂ ਸਮਝਦਾ ਸਿੰਗਲਾ ਸਾਹਿਬ ਨੇ ਬਹੁਤ ਅੱਛਾ ਐਕਸ਼ਨ ਲਿਆ, ਸਬਕ ਸਿਖਾਉਣਾ ਚਾਹੀਦਾ। ਹੁਣ ਇੱਕ ਯੂਨੀਵਰਸਿਟੀ, ਏਡਾ ਵੱਡੀ ਯੂਨੀਵਰਸਿਟੀ ਹੋਵੇ ਜਿੱਥੇ 40,000 ਬੰਦੇ ਹੋਣ, ਉੱਥੇ ਪ੍ਰੋਫੈਸਰ ਹੋਣਗੇ, ਉੱਥੇ ਦਾ ਵਾਈਸ ਚਾਂਸਲਰ ਹੋਏਗਾ, ਇਹ ਕੋਈ ਛੋਟੀਆਂ ਮੋਟੀਆਂ ਹਸਤੀਆਂ ਤਾਂ ਨਹੀਂ ਹੁੰਦੀਆਂ। ਇਹਨਾਂ ਲੋਕਾਂ ਨੇ ਸੋਚਣਾ ਸੀ ਤੇ ਮਾਲਕਾਂ ਨੇ ਵੀ ਸੋਚਣਾ ਸੀ, ਲੇਕਿਨ ਮੈਂ ਤਾਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਵੀ ਕਹਿ ਰਿਹਾ, ਮੈਂ ਕਿਸੇ ਦਾ ਨਹੀਂ ਚਾਹੁੰਦਾ ਬੜਾ ਨੁਕਸਾਨ ਕੀਤਾ ਜਾਵੇ। ਕਾਨੂੰਨ ਨੇ ਆਪਣਾ ਰਾਹ ਲੈਣਾ ਹੁੰਦਾ, ਅਖਤਿਆਰ ਕਰਨਾ ਹੁੰਦਾ, ਜੋ ਕਾਨੂੰਨ ਹੁੰਦਾ ਕਾਨੂੰਨ ਨੇ ਕਾਰਵਾਈ ਕਰਨੀ ਹੁੰਦੀ ਆ ਜੀ। ਲੇਕਿਨ ਇਸ ਮੌਕੇ ਇਹ ਰਈਸ ਲੋਕ ਨੇ, ਇਹਨਾਂ ਨੂੰ ਮੇਰੀ ਤੇ ਇੱਕੋ ਹੀ ਆ ਕਿ ਸਾਰੇ ਹਸਪਤਾਲਾਂ 'ਚ ਕੋਵਿਡ ਦੇ ਪੇਸ਼ੈਂਟ ਨਾ ਹੋਣ, ਇਹ ਆਪਣੀ ਯੂਨੀਵਰਸਿਟੀ ਦੇ ਹਿੱਸਾ ਦੇਣ। ਉਸ ਤੇ ਬੋਲਦੇ ਹੀ ਨਹੀਂ, ਕਹਿੰਦੇ ਸਰਕਾਰ ਦੇ ਉਹ ਲੈ ਲਓ। ਮੈਂ ਇਹਨਾਂ ਨੂੰ ਫੇਰ ਬੇਨਤੀ ਕਰਨੀ ਚਾਹੂੰਗਾ ਤੁਹਾਡੇ ਰਾਹੀਂ, ਮੇਰੀ ਸਿੱਧੀ ਤਾਂ ਕੋਈ ਗੱਲਬਾਤ ਹੈ ਨਹੀਂ ਕਿ ਚੈਰਿਟੀ ਬਾਰੇ ਵੀ ਕੁਝ ਕਰਨਾ ਚਾਹੀਦਾ। ਕਾਨੂੰਨ ਦੀ ਉਲੰਘਣਾ ਦਾ ਤਾਂ ਚਲੋ ਕਿ ਜੋ ਵੀ ਆ ਉਹ ਸਾਹਮਣੇ ਆ ਜਾਣਾ ਇਨਕੁਆਇਰੀ ਤੋਂ ਬਾਅਦ ਜੀ। ਬਿਲਕੁਲ ਹਰ ਬੰਦਾ, ਮੈਨੂੰ ਇੱਕ ਦੋਸਤ ਨੇ ਮੇਰੇ ਨੇ ਫੋਨ ਕੀਤਾ ਕਿ ਇੱਕ ਬੰਦੇ ਦੀ 35,000 ਰੁਪਏ ਤਨਖਾਹ ਆ ਜੀ। ਤੇਜਿੰਦਰ ਬਿੱਟੂ ਨੂੰ ਉਹ ਕਹਿੰਦਾ ਯਾਰ 50,000 ਰੁਪਏ ਦਾ ਦੱਸ ਮੈਂ ਕੀ ਕਰਾਂ ਜਿਹਨਾਂ ਮੈਂ ਸੁਸਾਇਟੀ ਦਾ ਭਲਾ ਕਰ ਸਕਾਂ ਜੀ। ਇਹੋ ਜਿਹੇ ਲੋਕ ਵੀ ਹੈਗੇ, 35,000 ਰੁਪਏ ਤਨਖਾਹ 50,000 ਦੇਣ ਨੂੰ ਤਿਆਰ ਹੈ। ਬਿਲਕੁਲ। ਤੇ ਆਪਾਂ ਕੀ ਮੰਗਦੇ ਆ? ਆਪਾਂ ਤਾਂ ਇਹੀ ਮੰਗਦੇ ਕਿ ਪੰਜਾਬ ਦਾ ਦੁਆਬੇ ਦਾ ਭਲਾ ਹੋ ਜਾਏ। ਬਿਲਕੁਲ। ਇਹਨਾਂ ਕੋਲ 20,000 ਕਮਰਾ, 500 ਕਮਰਾ ਹਸਪੀਟਲ ਇੱਕ ਦੇ ਦੇਣ ਸਾਈਡ ਤੇ। ਜਦੋਂ ਕੋਰੋਨਾ ਖਤਮ ਹੋ ਗਿਆ ਉਦੋਂ ਹੀ ਯੂਨੀਵਰਸਿਟੀ ਚੱਲਣੀ ਆ, ਉਦੋਂ ਪਹਿਲਾਂ ਯੂਨੀਵਰਸਿਟੀ ਨਹੀਂ ਚੱਲਣੀ। ਧੰਨਵਾਦ ਤੁਹਾਡਾ ਰਾਣਾ ਗੁਰਜੀਤ ਜੀ, ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ। ਵਾਕਈ ਹੀ ਬਹੁਤ ਅਹਿਮ ਮੰਗਾਂ ਤੁਹਾਡੇ ਵੱਲੋਂ ਉਠਾਈਆਂ ਗਈਆਂ ਔਰ ਇਹ ਜਿਹੜਾ ਪੂਰਾ ਇਸ਼ੂ ਹੈ ਜਿਹੜਾ ਉਸ ਤੇ ਜਿਹੜਾ ਤੁਸੀਂ ਧਿਆਨ ਕੇਂਦਰ ਕਰਵਾਇਆ ਹੈ। ਫਿਲਹਾਲ ਅਸੀਂ ਬਿਊਰੋ ਚੀਫ ਨਪਿੰਦਰ ਸਿੰਘ ਬਰਾੜ ਵੱਲ ਰੁਖ ਕਰਦੇ ਹਾਂ। ਨਪਿੰਦਰ, ਇਹਦੇ ਵਿੱਚ ਪੋਲੀਟੀਕਲ ਜਿਹੜੇ ਸਾਡੇ ਲੀਡਰਸ ਨੇ, ਨੁਮਾਇੰਦੇ ਨੇ, ਉਹਨਾਂ ਨੇ ਵੀ ਆਪਣਾ ਇੱਕ ਨਜ਼ਰੀਆ ਪੇਸ਼ ਕੀਤਾ ਹੈ ਔਰ ਹੁਣ ਹਾਇਰ ਐਜੂਕੇਸ਼ਨ ਵਿਭਾਗ ਵੱਲੋਂ ਇਹਦੇ ਵਿੱਚ ਸ਼ੋ ਕਾਜ਼ ਨੋਟਿਸ ਵੀ ਦਿੱਤਾ ਗਿਆ ਹੈ। ਕੀ ਕੁਝ ਕਹਿਣਾ ਹੈ ਤੁਹਾਡਾ ਇਸ ਬਾਰੇ?
ਦੇਖੋ ਨਾ, ਜੋ ਮਾਮਲਾ ਬੜਾ ਗੰਭੀਰ ਹੈ, ਬੇहद ਗੰਭੀਰ ਮਾਮਲਾ ਹੈ। ਜਦੋਂ ਇੱਕ ਐਡੀ ਵੱਡੀ ਯੂਨੀਵਰਸਿਟੀ ਜਿਸ ਦੇ ਵਿੱਚ ਹਜ਼ਾਰਾਂ ਸਟੂਡੈਂਟ ਹੈ ਜਿਹੜਾ ਉਹ ਹੋਵੇ, ਉੱਥੇ ਜਦੋਂ ਪੋਜ਼ਿਟਿਵ ਕੇਸ ਆਵੇ ਬਾਵਜੂਦ ਉਸਦੇ ਯੂਨੀਵਰਸਿਟੀ ਗਾਈਡਲਾਈਨਸ ਨੂੰ ਫੋਲੋ ਨਾ ਕਰੇ। ਦੇਖੋ ਰਾਣਾ ਗੁਰਜੀਤ ਜਿਹੜੀ ਸੱਤਾਧਿਰ ਕਾਂਗਰਸ ਆ ਉਹਦੇ ਵਿਧਾਇਕ ਨੇ ਜੀ, ਔਰ ਅਗਰ ਸੱਤਾਧਿਰ ਪਾਰਟੀ ਦੇ ਵਿਧਾਇਕ ਅੱਜ ਸਵਾਲ ਚੁੱਕ ਰਹੇ ਨੇ ਤਾਂ ਜ਼ਾਹਰ ਤੌਰ ਤੇ ਕੋਈ ਨਾ ਕੋਈ ਉਹਦੇ ਵਿੱਚ ਗੱਲ ਹੈ। ਦੂਜੇ ਪਾਸੇ ਬੀਜੇਪੀ ਦੇ ਸਾਬਕਾ ਜਿਹੜੇ ਕੇਂਦਰੀ ਮੰਤਰੀ ਨੇ ਉਹ ਸਵਾਲ ਚੁੱਕ ਰਹੇ ਨੇ, ਯਾਨੀ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ, ਸਾਰੇ ਹੀ ਯੂਨੀਵਰਸਿਟੀ ਦੀ ਇਸ ਕਾਰਗੁਜ਼ਾਰੀ ਨੂੰ ਸ਼ੱਕ ਦੇ ਨਜ਼ਰੀਏ ਨਾਲ ਦੇਖ ਰਹੇ ਨੇ। ਤਾਂ ਲਾਜ਼ਮੀ ਉਹਦੇ ਵਿੱਚ ਕੋਈ ਨਾ ਕੋਈ ਕਹਿੰਦੇ ਆ ਕਿ ਧੂੰਆਂ ਤਾਂ ਹੀ ਨਿਕਲਦਾ ਜੇ ਥੋੜੀ ਬਹੁਤੀ ਅੱਗ ਧੁਖਦੀ ਹੈ। ਤਾਂ ਜੇ ਅੱਗ ਧੁਖ ਰਹੀ ਹੈ ਤਾਂ ਉਸ ਅੱਗ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਐਸਾ ਕਿਉਂ ਕੀਤਾ ਗਿਆ, ਕਿਹੜੇ ਸਵਾਰਥ ਨੂੰ ਮੁੱਖ ਰੱਖ ਕੇ ਐਸਾ ਕੀਤਾ ਗਿਆ। ਜੇ ਸਟੂਡੈਂਟਸ ਦੀ ਜਾਨ जोखिम ਚ ਪਾਈ ਗਈ ਤਾਂ ਕਿਉਂ ਪਾਈ ਗਈ, ਜ਼ਾਹਰ ਤੌਰ ਤੇ ਜਿਹੜੀ ਜਾਂਚ ਹੋਵੇ। ਔਰ ਅਗਰ ਯੂਨੀਵਰਸਿਟੀ ਦਾ ਕੋਈ ਕਸੂਰ ਨਹੀਂ ਹੈ ਤਾਂ ਉਹਨੂੰ ਕਲੀਨ ਚਿੱਟ ਮਿਲ ਜਾਏਗੀ, ਪਰ ਜੇਕਰ ਉਹ ਕਸੂਰਵਾਰ ਨੇ ਤਾਂ ਐਸਾ ਜਿਸ ਤਰ੍ਹਾਂ ਰਾਣਾ ਗੁਰਜੀਤ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਛੋਟੇ ਸਕੂਲਾਂ ਤੇ ਕਾਰਵਾਈ ਹੋਗੀ ਤੇ ਇੱਕ ਵੱਡੀ ਯੂਨੀਵਰਸਿਟੀ ਜੇ ਸਾਹਮਣੇ ਆ ਗਈ ਹੈ ਤਾਂ ਉਹਦੇ ਅੱਗੇ ਪ੍ਰਸ਼ਾਸਨ ਹੈ ਜਿਹੜਾ ਉਹ ਹੱਥ ਖੜੇ ਕਰ ਜਾਵੇ। ਐਸਾ ਨਹੀਂ ਹੋਣਾ ਚਾਹੀਦਾ। ਅਗਰ ਗਲਤੀ ਹੈ ਤਾਂ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕਾਨੂੰਨ ਜਿਹੜਾ ਉਹ ਸਭ ਲਈ ਬਰਾਬਰ ਹੈ। ਤੁਹਾਡੇ ਤੋਂ ਕਿ ਉੱਚ ਸਿੱਖਿਆ ਵਿਭਾਗ ਦੇ ਜਿਹੜੇ ਮੰਤਰੀ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਨੇ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋ ਸਕੀ ਹੈ ਇਸ ਮੁਤਲਕ ਕਿ ਪੂਰਾ ਕੀ ਉਹਨਾਂ ਨੇ ਇਸ ਤੇ ਐਕਸ਼ਨ ਲੈਣ ਦਾ ਅੱਗੇ ਨਿਰਣੇ ਲਿੱਤਾ ਹੋਵੇ? ਬਿਲਕੁਲ, ਮੇਰੀ ਅੱਜ ਸਵੇਰੇ ਹੀ ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਹਾਇਰ ਸੈਕੰਡਰੀ ਐਜੂਕੇਸ਼ਨ ਦੇ ਜਿਹੜੇ ਮਿਨਿਸਟਰ ਨੇ ਉਹਨਾਂ ਨਾਲ ਗੱਲ ਹੋਈ ਤਾਂ ਪਰ ਉਹ ਪੂਰੀ ਤਰ੍ਹਾਂ ਅਣਜਾਣ ਸੀ। ਉਹਨਾਂ ਨੂੰ ਤਾਂ ਇਸ ਪੂਰੇ ਮਾਮਲੇ ਬਾਰੇ ਹੀ ਨਹੀਂ ਪਤਾ। ਉਹ ਕਹਿੰਦੇ ਨੇ ਕਿ ਜਿਹੜਾ ਨੋਟਿਸ ਹੋਇਆ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਤੱਕ ਨਹੀਂ। ਔਰ ਜਿਹੜੇ ਸੈਕਟਰੀ ਨੇ ਇਸ ਸੀਨੀਅਰ ਹਾਇਰ ਐਜੂਕੇਸ਼ਨ ਦੇ ਤਾਂ ਉਹ ਹੈਗੇ ਨੇ ਰਾਹੁਲ ਭੰਡਾਰੀ ਜੀ, ਉਹ ਸਵੇਰ ਤੋਂ ਫੋਨ ਨਹੀਂ ਚੁੱਕ ਰਹੇ। ਤਾਂ ਜਿਹੜੇ ਮੰਤਰੀ ਸਾਹਿਬ ਉਹ ਕਹਿੰਦੇ ਕਿ ਮੈਨੂੰ ਨਾ ਤਾਂ ਰਾਹੁਲ ਭੰਡਾਰੀ ਹੋਰਾਂ ਨੇ ਕੋਈ ਦੱਸਿਆ, ਨਾ ਮਹਿਕਮੇ ਨੇ ਨੋਟਿਸ ਬਾਰੇ ਕੁਝ ਦੱਸਿਆ। ਤੇ ਜਦੋਂ ਮੇਰੇ ਤੱਕ ਕੋਈ ਮਹਿਕਮਾ ਦੱਸੇਗਾ ਹੀ ਨਹੀਂ। ਹਾਲਾਂਕਿ ਦੇਖੋ ਕੋਈ ਵੀ ਕਾਰਵਾਈ ਹੁੰਦੀ ਕਿਸੇ ਵੀ ਮਹਿਕਮੇ ਦੀ ਜਵਾਬਦੇਹੀ ਮੰਤਰੀ ਦੀ ਬਣ ਜਾਂਦੀ ਹੈ, ਜਵਾਬਦੇਹੀ ਸਰਕਾਰ ਦੀ ਬਣਦੀ ਆ। ਅਸੀਂ ਸਵਾਲ ਹੈ ਜਿਹੜਾ ਮੰਤਰੀ ਨੂੰ ਕਰਨਾ, ਅਸੀਂ ਜਵਾਬ ਸਰਕਾਰ ਤੋਂ ਮੰਗਣਾ ਕਿ ਸਰਕਾਰ ਕੀ ਕਰ ਰਹੀ ਹੈ, ਸਰਕਾਰ ਕੀ ਸੁੱਤੀ ਪਈ ਸੀ। ਪਰ ਜਦੋਂ ਅਧਿਕਾਰੀ ਨੇ ਉਹਨਾਂ ਦਾ ਸਰਕਾਰ ਦਾ ਮੈਨੂੰ ਲੱਗਦਾ ਕੋਈ ਪ੍ਰੋਪਰ ਤਾਲਮੇਲ ਨਹੀਂ ਹੈ। ਜਿੱਥੇ ਵਿਭਾਗ ਦੇ ਵਿੱਚ ਖੁਦ ਹੀ ਕਲੈਰਿਟੀ ਨਹੀਂ ਹੈ, ਇੱਕ ਲੂਪ ਹੋਲ ਵੀ ਹੈ ਤੇ ਉੱਥੇ ਕਿ ਵਾਕਈ ਹੀ ਇੱਕ ਅੰਦਾਜ਼ਾ ਲਗਾ ਲਾਂਗੇ ਕਿ ਐਕਸ਼ਨ ਪੂਰੀ ਮੁਕੰਮਲ ਤਰੀਕੇ ਦੇ ਨਾਲ ਲਿਆ ਜਾਵੇਗਾ ਜਾਂ ਨਹੀਂ। ਦੇਖੋ ਜਿਹੜੇ ਹਾਲਾਤ ਨੇ ਤਾਂ ਲੱਗਦਾ ਹੈ ਕਿ ਇਹ ਇਨਸਾਫ ਜਾਂ ਜਿਹੜੀ ਐਕਸ਼ਨ ਦੀ ਕਾਰਵਾਈ ਹੈ ਇਹ ਮੈਨੂੰ ਲੱਗਦਾ ਹੈ ਕਿ ਥੋੜੀ ਲੰਬੀ ਚੱਲੇਗੀ। ਔਰ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ, ਜਿਸ ਤਰ੍ਹਾਂ ਮੰਤਰੀ ਕਹਿੰਦੇ ਨੇ ਮੈਨੂੰ ਪਤਾ ਹੀ ਨਹੀਂ ਹੈ, ਜਿਹੜੇ ਅਧਿਕਾਰੀ ਨੇ ਉਹ ਪ੍ਰੋਪਰ ਤਾਲਮੇਲ ਨਹੀਂ ਬਿਠਾ ਪਾ ਰਹੇ, ਅਧਿਕਾਰੀ ਮੰਤਰੀ ਨੂੰ ਭਰੋਸੇ ਦੇ ਵਿੱਚ ਨਹੀਂ ਲੈ ਪਾ ਰਹੇ, ਜਾਂ ਅਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡਾ ਫੋਨ ਤੱਕ ਪਿਕ ਨਹੀਂ ਕਰ ਪਾ ਰਹੇ। ਤਾਂ ਦੇਖੋ ਉਹਦੇ ਪਿੱਛੇ ਕੀ ਹੈ, ਕਿਉਂ ਇਸ ਤਰ੍ਹਾਂ ਹੋ ਰਿਹਾ, ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਅਸੀਂ ਤਾਂ ਇੰਨੀ ਜਿਹੜੀ ਆਸ ਕਰਦੇ ਹਾਂ ਕਿ ਬਿਲਕੁਲ ਇਨਸਾਫ ਹੋਣਾ ਚਾਹੀਦਾ। ਔਰ ਉਨੀ ਦੇਰ ਤੱਕ ਪ੍ਰੈਸ਼ਰ ਬਣਾ ਕੇ ਰੱਖਾਂਗੇ ਸਰਕਾਰ ਤੇ, ਅਧਿਕਾਰੀਆਂ ਤੇ ਜਿਹੜਾ ਪ੍ਰੈਸ਼ਰ ਬਣਾ ਕੇ ਰੱਖਾਂਗੇ। ਮੰਤਰੀ ਸਾਹਿਬ ਤੋਂ ਫਿਰ ਪੁੱਛਾਂਗੇ ਕਿ ਤੁਸੀਂ ਮਹਿਕਮੇ ਦੇ ਮੰਤਰੀ ਹੋ, ਜੇ ਤੁਹਾਨੂੰ ਨਹੀਂ ਪਤਾ ਤਾਂ ਕਿਉਂ ਨਹੀਂ ਪਤਾ, ਜੇ ਨਹੀਂ ਪਤਾ, ਜੇ ਹੁਣ ਅਸੀਂ ਦੱਸ ਦਿੱਤਾ ਤਾਂ ਤੁਹਾਡਾ ਹੁਣ ਫਰਜ਼ ਬਣਦਾ ਹੈ ਕਿ ਤੁਸੀਂ ਆਪਦੇ ਅਧਿਕਾਰੀਆਂ ਨਾਲ ਗੱਲ ਕਰੋ ਤੇ ਇਨਸਾਫ ਆ ਜਿਹੜਾ ਉਹ ਮਿਲਣਾ ਚਾਹੀਦਾ, ਸੱਚ ਸਾਹਮਣੇ ਆਉਣਾ ਚਾਹੀਦਾ, ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ। ਨਵਜੋਤ ਤੇ ਨਪਿੰਦਰ, ਇੱਕ ਤੁਹਾਡੇ ਤੋਂ ਇਹ ਜ਼ਰੂਰ ਜਾਨਣਾ ਚਾਹਾਂਗੇ ਕਿ ਇਸ ਵੇਲੇ ਯੂਨੀਵਰਸਿਟੀ ਦਾ ਕੀ ਮਾਹੌਲ ਹੈ ਅੰਦਰ ਦਾ, ਕਿਉਂਕਿ ਤਸਵੀਰਾਂ ਅਸੀਂ ਵੇਖੀਆਂ ਨੇ, ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਨਹੀਂ ਕੀਤੀ ਹੋਈ। ਕਹਿਣ ਨੂੰ ਐਸਡੀਐਮ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਬੱਚਿਆਂ ਨੂੰ ਰੂਮਸ ਦੇ ਅੰਦਰ ਰੱਖਿਆ ਗਿਆ ਹੈ ਔਰ ਕੁਆਰੰਟਾਈਨ ਕੀਤਾ ਗਿਆ ਹੈ, ਪਰ ਕਿਤੇ ਨਾ ਕਿਤੇ ਹੁਣ ਕੀ ਮਾਹੌਲ ਹੈ ਪੂਰਾ, ਉਸ ਬਾਰੇ ਜੇ ਤੁਸੀਂ ਕੁਝ ਦੱਸੋ ਤੇ। ਨਵਜੋਤ ਬਿਲਕੁਲ, ਜਿਸ ਤਰ੍ਹਾਂ ਇੱਕ ਪੰਜਾਬੀ ਦੀ ਕਹਾਵਤ ਨਾ, ਜਿਹੜਾ ਤਗੜੇ ਦਾ ਤਾਂ ਸੱਤੀ ਵੀ 100, ਤਾਂ ਯਾਨੀ ਉਹਨਾਂ ਨੂੰ ਜਿਹੜੇ ਅਫਸਰ ਨੇ ਉਹ ਵੀ ਸ਼ਾਇਦ ਕਿਸੇ ਕਿਸਮ ਦੀ ਕੋਈ ਸਿੱਧੇ ਤੌਰ ਤੇ ਐਕਸ਼ਨ ਕਰਨ ਦੇ ਵਿੱਚ ਅਸਮਰੱਥ ਨਜ਼ਰ ਆਉਂਦੇ ਆ। ਅਗਰ ਐਸਡੀਐਮ ਐਸਾ ਕਹਿ ਰਹੇ ਆ ਤਾਂ ਕਿਉਂਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਸਾਡੇ ਸਹਿਯੋਗੀ ਸੁਰਿੰਦਰ ਕੰਬੋਜ ਉੱਥੇ ਮੌਜੂਦ ਨੇ, ਉਹਨਾਂ ਨੇ ਜਿਸ ਤਰ੍ਹਾਂ ਦੀਆਂ ਸਾਨੂੰ ਤਸਵੀਰਾਂ ਭੇਜੀਆਂ ਨੇ, ਜਿਸ ਤਰ੍ਹਾਂ ਦੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ, ਉਹਦੇ ਮੁਤਾਬਕ ਅੰਦਰ ਸੋਸ਼ਲ ਡਿਸਟੈਂਸ ਨੂੰ ਵੀ ਫੋਲੋ ਨਹੀਂ ਕੀਤਾ ਜਾ ਰਿਹਾ, ਅੰਦਰ ਰੂਲ ਐਂਡ ਰੈਗੂਲੇਸ਼ਨ ਨਾਂ ਦੀ ਚੀਜ਼ ਹੀ ਨਹੀਂ। ਔਰ ਯੂਨੀਵਰਸਿਟੀ ਸੀਲ ਕੀਤੀ ਹੋਈ ਹੈ, ਤਾਂ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਯੂਨੀਵਰਸਿਟੀ ਨੂੰ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਕਰੋਨਾ ਸ਼ਾਇਦ ਯੂਨੀਵਰਸਿਟੀ ਗੇਟ ਤੋਂ ਬਾਹਰ ਹੋਏਗਾ, ਪਰ ਉਹ ਭੁਲੇਖਾ ਉਹਨਾਂ ਦਾ ਦੂਰ ਹੋ ਚੁੱਕਿਆ। ਕਰੋਨਾ ਅੰਦਰ ਪਹੁੰਚ ਚੁੱਕਿਆ, ਇੱਕ ਜਿਹੜੀ ਸਟੂਡੈਂਟ ਆ ਉਹ ਪੋਜ਼ਿਟਿਵ ਆ ਚੁੱਕੀ ਆ। ਅਗਰ ਉਸ ਤੋਂ ਬਾਅਦ ਇਹ ਭੁਲੇਖਾ ਦੂਰ ਹੋਣ ਤੋਂ ਬਾਅਦ ਵੀ ਅੰਦਰ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ, ਨਿਯਮ ਨਹੀਂ ਮੰਨੇ ਜਾ ਰਹੇ, ਤਾਂ ਜ਼ਾਹਰ ਤੌਰ ਤੇ ਬਹੁਤ ਵੱਡੀ ਕੁਤਾਹੀ ਹੈ। ਔਰ ਕੁਤਾਹੀ ਚਾਹੇ ਛੋਟਾ ਕਰੇ ਚਾਹੇ ਵੱਡਾ ਕਰੇ, ਐਕਸ਼ਨ ਹੋਣਾ ਬਣਦਾ। ਔਰ ਐਕਸ਼ਨ ਕਦੋਂ ਹੁੰਦਾ, ਵਾਕਈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕੁਤਾਹੀ ਹੈ। ਧੰਨਵਾਦ ਤੁਹਾਡਾ ਨਪਿੰਦਰ, ਸਾਡੇ ਨਾਲ ਪੂਰੀ ਇਸ ਖਬਰ ਬਾਰੇ ਗੱਲਬਾਤ ਕਰਨ ਬਾਰੇ। ਤੇ ਰੁਖ ਦੁਬਾਰਾ ਕਰਦੇ ਸੁਰਿੰਦਰ ਕੰਬੋਜ ਦਾ, ਜੋ ਉੱਥੇ ਹੀ ਸਾਡੇ ਨਾਲ ਜਿਹਨਾਂ ਨੇ ਤਸਵੀਰਾਂ ਵੀ ਭੇਜੀਆਂ ਪੂਰੀ ਯੂਨੀਵਰਸਿਟੀ ਦੀਆਂ, ਉਹਨਾਂ ਤੋਂ ਜਾਣਾਂਗੇ ਕੀ ਕੁਝ ਮਾਹੌਲ ਹੈ ਅੰਦਰ ਦਾ।
ਕਿ ਅਸੀਂ ਪਹਿਲਾਂ ਵੀ ਵੀਡੀਓਜ਼ ਜਿਹੜੀਆਂ ਹੈਗੀਆਂ ਵਾਇਰਲ ਹੋ ਰਹੀਆਂ ਉਹ ਲਗਾਤਾਰ ਭੇਜ ਰਹੇ ਹਾਂ ਵੀ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਆ ਉਹਦੀ ਗੱਲ ਹੀ ਕਰਦੇ ਆ। ਸੋਸ਼ਲ ਡਿਸਟੈਂਸਿੰਗ ਅੰਦਰ ਦੀ ਪਾਲਣਾ ਨਹੀਂ ਕੀਤੀ ਜਾਂਦੀ, ਪਰ ਜਿੱਦਾਂ ਡੀਸੀ ਸਾਹਿਬ ਕਪੂਰਥਲਾ ਨੇ ਆਖਿਆ ਸੀਗਾ ਵੀ ਬੱਚੇ ਸਾਰੇ ਜਿੰਨੇ ਵੀ ਉੱਥੇ ਦੇ ਸਟੂਡੈਂਟ ਹੈਗੇ ਜਾਂ 2000 ਜਾਂ 3000 ਜਿੰਨੇ ਵੀ ਸਟੂਡੈਂਟ ਅੰਦਰ ਹੈਗੇ ਨੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ, ਪਰ ਬੱਚੇ ਜਿਹੜੇ ਆਪਣੇ ਹਸਪਤਾਲਾਂ ਦੇ ਵਿੱਚ ਜਿਹੜੇ ਆਪਣੇ ਉਹਨਾਂ ਦੇ ਰੂਮ ਦਿੱਤੇ ਹੈਗੇ ਹੈ ਰੂਮ ਦੇ ਵਿੱਚ ਰਹਿਣਗੇ ਤੇ ਜਿਹੜਾ ਉਹਨਾਂ ਨੂੰ ਖਾਣਾ ਉਹਨਾਂ ਦੇ ਰੂਮ ਦੇ ਵਿੱਚ ਹੀ ਦਿੱਤਾ ਜਾਏਗਾ। ਪਰ ਇਦਾਂ ਕਿਤੇ ਵੀ ਦੇਖਣ ਨੂੰ ਨਜ਼ਰ ਨਹੀਂ ਆ ਰਿਹਾ। ਜਦੋਂ ਖਾਣਾ ਆਂਦਾ ਬੱਚੇ ਆਪਣੇ ਰੂਮ ਦੇ ਵਿੱਚੋਂ ਬਾਹਰ ਆਉਂਦੇ ਆ, ਉੱਥੋਂ ਖਾਣਾ ਲੈ ਕੇ ਫਿਰ ਆਪਣੇ ਰੂਮ 'ਚ ਜਾਂਦੇ ਆ, ਜਿਹਦੇ ਕਰਕੇ ਸੋਸ਼ਲ ਡਿਸਟੈਂਸਿੰਗ ਬਿਲਕੁਲ ਨਹੀਂ ਨਜ਼ਰ ਆ ਰਹੀ ਹੈਗੀ ਉੱਥੇ। ਜੀ ਸੁਰਿੰਦਰ, ਧੰਨਵਾਦ ਤੁਹਾਡਾ। ਇਸ ਵੇਲੇ ਸਾਨੂੰ ਅੱਗੇ ਵਧਣਾ ਹੋਵੇਗਾ। ਖਬਰਾਂ ਹੋਰ ਵੀ ਜ਼ਰੂਰੀ ਨੇ ਜੋ ਕਿ ਲੋਕਾਂ ਤੱਕ ਪਹੁੰਚਾਉਣੀਆਂ ਬੇहद ਅਹਿਮ ਨੇ। ਕੋਰੋਨਾ ਦੀ ਇੱਕ ਜਾਣਕਾਰੀ ਬੇहद ਅਹਿਮ ਹੈ।